Hello students, today we will do multi-threaded programming chapter number 12. ਵੈਸੇ ਤਾਂ ਮਲਟੀਟਾਸਕਿੰਗ ਵਗੈਰਾ ਨਾਲ ਤੁਸੀਂ ਫੈਮਿਲੀਅਰ ਹੀ ਹੋ ਦੇ ਜਿਵੇਂ ਹੁਣ ਆਪਣਾ ਵਿੰਡੋ 95 XP ਵਗੈਰਾ ਹੈਗੇ ਨੇ ਰਿਕੋਗਨਾਈਜ਼ ਦੈਟ ਦੇ ਕੈਨ ਐਗਜ਼ੀਕਿਊਟ ਸੈਵਰਲ ਪ੍ਰੋਗਰਾਮਸ ਸਾਈਮਲਟੇਨੀਅਸਲੀ ਇੱਕ ਵਾਰ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਗਰਾਮਸ ਆਪਾਂ ਆਪਣੀ ਵਿੰਡੋ 'ਚ ਰਨ ਕਰ ਸਕਦੇ ਹਾਂ ਇਹ ਅਬਿਲਿਟੀ ਨੂੰ ਮਲਟੀਟਾਸਕਿੰਗ ਕਹਿੰਦੇ ਜੇ ਟੈਕਨੋਲੋਜੀ ਨੂੰ ਮਲਟੀ ਥ੍ਰੈਡਿੰਗ ਕਹਿੰਦੇ ਹੈਗੇ ਇਟ ਇਜ਼ ਅ ਕਨਸੈਪਚੁਅਲ ਪ੍ਰੋਗਰਾਮਿੰਗ ਪੈਰਾਡਿਗਮ ਵੇਅਰ ਪ੍ਰੋਗਰਾਮ ਯਾਨੀ ਇੱਕ ਪ੍ਰੋਸੈਸ ਇਜ਼ ਡਿਵਾਈਡਡ ਇਨਟੂ 2 or more ਸਬ ਪ੍ਰੋਗਰਾਮਸ ਇੱਕ ਪ੍ਰੋਸੈਸ ਇੱਕ ਤੋਂ ਜ਼ਿਆਦਾ ਪ੍ਰੋਸੈਸਿਸ 'ਚ ਡਿਵਾਈਡ ਹੋ ਜਾਂਦਾ ਹੈਗਾ ਅਤੇ ਉਹ ਪੈਰਲਲ ਚੱਲਦੇ ਨੇ ਜਾਂ ਪੈਰਲਲ ਚੱਲਦੇ ਨੇ ਤਾਂ ਆਪਾਂ ਨੂੰ ਐਂ ਲੱਗਦਾ ਹੈਗਾ ਵੀ ਆਪਣਾ ਚਾਰ ਉਹੀ ਕੰਮ ਜਲਦੀ ਹੋ ਰਿਹਾ ਹੈਗਾ ਜਿਵੇਂ ਕਿ ਐਗਜ਼ਾਮਪਲ ਆਪਾਂ ਇੱਕ ਟਾਈਮ ਦੇ ਵਿੱਚ ਡਾਊਨਲੋਡ ਵੀ ਕਰ ਰਹੇ ਹਾਂ ਆਪਣੇ ਵੀਡੀਓ ਡਾਊਨਲੋਡ ਕਰ ਰਹੇ ਹਾਂ ਨੈੱਟ ਤੋਂ ਹੈ ਨਾ ਪ੍ਰਿੰਟ ਆਊਟ ਨਿਕਲ ਰਿਹਾ ਇੱਕ ਤਰਫ ਆਪਾਂ ਵਰਡ 'ਚ ਟਾਈਪਿੰਗ ਕਰ ਰਹੇ ਹਾਂ ਤਾਂ ਆਪਣੇ ਤਿੰਨੋਂ ਕੰਮ ਇਕੱਠੇ ਹੋ ਰਹੇ ਨੇ The Java programs that we have seen are discuss a single thread sequential flow ਹਾਲੇ ਤੱਕ ਜਿਹੜਾ ਕਿ ਤੁਸੀਂ ਪ੍ਰੋਗਰਾਮ ਜਿਵੇਂ ਮੇਨ ਦਾ ਲਿਖਿਆ ਉਹਦੇ ਵਿੱਚ ਸਿੰਪਲ ਇੱਕ ਥ੍ਰੈਡ ਚੱਲਦਾ ਉਵੇਂ ਸੀਕੁਐਂਸ਼ੀਅਲ ਵਾਈਜ਼ ਚੱਲ ਕੇ ਰਨ ਹੋ ਕੇ ਉਹ ਥ੍ਰੈਡ ਖਤਮ ਹੋ ਜਾਂਦਾ ਉਹ ਪ੍ਰੋਸੈਸ ਖਤਮ ਹੋ ਜਾਂਦਾ ਦਿਸ ਦਾ ਪ੍ਰੋਗਰਾਮ ਬਿਗਨਸ ਰਨਸ ਥਰੂ ਅ ਸੀਕੁਐਂਸ ਆਫ ਐਗਜ਼ੀਕਿਊਸ਼ਨ ਐਂਡ ਫਾਈਨਲੀ ਐਂਡਸ ਠੀਕ ਹੈ ਐਟ ਅ ਗਿਵਨ ਪੁਆਇੰਟ ਆਫ ਟਾਈਮ ਦੇਅਰ ਇਜ਼ ਓਨਲੀ ਵਨ ਸਟੇਟਮੈਂਟ ਅੰਡਰ ਐਗਜ਼ੀਕਿਊਸ਼ਨ ਜਦ ਇੱਕ ਟਾਈਮ 'ਤੇ ਇੱਕ ਸਟੇਟਮੈਂਟ ਐਗਜ਼ੀਕਿਊਟ ਹੋ ਰਹੀ ਹੈ ਇਹ ਜਿਹੜਾ ਥ੍ਰੈਡ ਹੈਗਾ ਇਜ਼ ਅ ਸਿਮਿਲਰ ਟੂ ਅ ਪ੍ਰੋਗਰਾਮ that has a single flow of control. It has a beginning, a body and an end and executes command sequentially. All main programs are example ਜਿਹੜੇ ਵੀ ਹਾਲੇ ਤੱਕ ਆਪਾਂ ਜਿੰਨੇ ਵੀ ਪ੍ਰੋਗਰਾਮਸ ਕੀਤੇ ਨੇ ਉਹ ਸਿੰਗਲ ਥ੍ਰੈਡਡ ਪ੍ਰੋਗਰਾਮਸ ਐਗਜ਼ਾਮਪਲ ਸੀਗੀ ਤੇ ਮਲਟੀ ਥ੍ਰੈਡਿੰਗ ਜਾਵਾ ਸਪੋਰਟ ਕਰਦੀ ਹੈਗੀ ਜਾਵਾ ਇਨੇਬਲਸ ਅਸ ਟੂ ਯੂਜ਼ ਮਲਟੀਪਲ ਫਲੋਜ਼ ਮਤਲਬ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਸੈਸਿਸ ਚੱਲਣਾ ਜਿਵੇਂ ਮੇਨ ਹੈ ਇਹਦੇ ਮੇਨ ਦੇ ਥ੍ਰੈਡ ਦੇ ਵਿੱਚ ਆਪਾਂ ਨੇ 3 ਪ੍ਰੋਸੈਸ ਸਟਾਰਟ ਕਰਤੇ ਯਾਨੀ 3 ਥ੍ਰੈਡ ਸਟਾਰਟ ਕਰਤੇ ਥ੍ਰੈਡ ਏ ਥ੍ਰੈਡ ਬੀ ਅਤੇ ਥ੍ਰੈਡ ਸੀ ਹਾਂ ਇੱਕ ਦੂਜੇ 'ਚ ਸਵਿਚਿਸ ਵੀ ਹੋ ਸਕਦੇ ਨੇ ਕਦੇ ਆਹ ਥ੍ਰੈਡ ਚੱਲ ਰਿਹਾ ਕਦੇ ਆ ਕਿਉਂਕਿ ਇੱਕ ਵਾਰ ਤਾਂ CPU ਨੇ ਇੱਕ ਥ੍ਰੈਡ ਇੱਕ ਪ੍ਰੋਸੈਸ ਹੀ ਚਲਾਉਣਾ ਹੈਗਾ ਠੀਕ ਹੈ ਜਦ ਥ੍ਰੈਡ ਏ ਚੱਲ ਰਿਹਾ ਹੈਗਾ CPU 'ਚ ਇਹ ਵੇਟ ਕਰ ਰਹੇ ਨੇ ਜਦ ਥ੍ਰੈਡ ਏ ਨਿਕਲ ਗਿਆ ਥ੍ਰੈਡ ਬੀ ਆ ਗਿਆ ਸੋ ਜਾਵਾ ਪ੍ਰੋਗਰਾਮ ਵਿਦ 4 ਥ੍ਰੈਡਸ 1 ਮੇਨ ਅਤੇ 3 ਅਦਰਸ ਦਾ ਮੇਨ ਥ੍ਰੈਡ ਇਜ਼ ਐਕਚੁਅਲੀ ਦਾ ਮੇਨ ਮੈਥਡ ਮੋਡਿਊਲ ਅਤੇ ਬਾਕੀ ਅਦਰ ਜਿਹੜੇ ਹੈਗੇ ਆ ਉਹ ABC ਥ੍ਰੈਡਸ ਨੇ ਉਹ ਕੌਨਕਰੈਂਟਲੀ ਰਨ ਕਰ ਰਹੇ ਨੇ ਅਤੇ ਰਿਸੋਰਸਿਸ ਜੁਆਇੰਟਲੀ ਸ਼ੇਅਰ ਕਰ ਰਹੇ ਨੇ and the ability of language to support multi-threads is referred to as concurrency. Thread in Java sub programs main program share the same memory space ਇੱਕੋ ਹੀ memory space ਉਹ share ਕਰਦੇ ਨੇ ਔਰ ਇਹਨਾਂ ਨੂੰ ਲਾਈਟ ਵੇਟ ਥ੍ਰੈਡਸ ਕਹਿੰਦੇ ਨੇ ਯਾਨੀ ਲਾਈਟ ਵੇਟ processes. So it is important to run threads running in parallel does not really mean that they actually run at the same time. ਆਪਾਂ ਨੂੰ ਲੱਗਦਾ ਵੀ ਇੱਕੋ ਤਰ੍ਹਾਂ ਰਨ ਹੋ ਰਹੇ ਨੇ ਮਗਰ ਅਗਰ ਇੱਕ ਥ੍ਰੈਡ ਰਨ ਹੋ ਰਿਹਾ ਦੂਜੇ ਥ੍ਰੈਡ ਨੇ ਉਸ ਥ੍ਰੈਡ ਨੂੰ ਫਿਰ ਉਸ ਤੋਂ ਬਾਅਦ ਪ੍ਰਿੰਟ ਆਊਟ ਦੀ ਜ਼ਰੂਰਤ ਪੈ ਗਈ ਤਾਂ ਉਹ CPU ਲੈਫਟ ਕਰ ਦੇਗਾ ਉਹ ਪ੍ਰਿੰਟ ਆਊਟ ਕਰਨੀ ਆਊਟਪੁੱਟ ਕਰਨੀ ਚਲਾ ਜਾਏਗਾ ਅਤੇ ਇਹ ਥ੍ਰੈਡ ਵੀ ਨੂੰ CPU ਮਿਲ ਜੂਗਾ ਅਤੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਸਵਿਚਿੰਗ ਦਾ ਇੰਟਰਪ੍ਰੀਟਰ ਜਿਹੜਾ ਹੈਗਾ ਜਾਵਾ ਇੰਟਰਪ੍ਰੀਟਰ ਹੈਂਡਲਸ ਦਾ ਸਵਿਚਿੰਗ ਆਫ ਦਾ ਕੰਟਰੋਲ ਬਿਟਵੀਨ ਦ ਥ੍ਰੈਡ such a way that it appears that it is running concurrently ਆਪਾਂ ਨੂੰ ਲੱਗ ਰਿਹਾ ਵੀ ਪ੍ਰਿੰਟ ਆਊਟ ਵੀ ਨਿਕਲ ਰਿਹਾ ਹੈਗਾ ਅਤੇ ਪ੍ਰੋਸੈਸਿੰਗ ਵੀ ਹੋ ਰਹੀ ਹੈ ਅਤੇ ਮਲਟੀ ਥ੍ਰੈਡਿੰਗ ਅਤੇ ਮਲਟੀ ਟਾਸਕਿੰਗ ਦੇ ਵਿੱਚ ਡਿਫਰੈਂਸ ਕੀ ਹੈਗਾ ਵੀ ਜਾਵਾ programming concept in which program or process is divided into 2 or more sub programs or threads that are executed at the same time ਇੱਕ ਤੋਂ ਜ਼ਿਆਦਾ ਥ੍ਰੈਡਸ ਇਕੱਠੇ ਰਨ ਹੋ ਰਹੇ ਨੇ ਔਰ ਇਹਦੇ ਵਿੱਚ ਕੀ ਆਪਰੇਟਿੰਗ ਸਿਸਟਮ ਮਲਟੀਟਾਸਕਿੰਗ ਦੇ ਵਿੱਚ ਮਲਟੀਪਲ ਟਾਸਕ ਜਿਹੜੇ ਨੇ ਇਕੱਠੇ ਰਨ ਹੋ ਰਹੇ ਨੇ ਸੋ ਇਟ ਸਪੋਰਟਸ ਐਗਜ਼ੀਕਿਊਸ਼ਨ ਆਫ ਮਲਟੀਪਲ ਪਾਰਟਸ ਆਫ ਅ ਸਿੰਗਲ ਪ੍ਰੋਗਰਾਮ ਹੈ ਨਾ ਇਹ ਇੱਕ ਸਿੰਗਲ ਪ੍ਰੋਗਰਾਮ ਨੂੰ ਅਡਰ ਪ੍ਰੋਸੈਸ ਡਿਵਾਈਡ ਕਰਕੇ ਕਰਦਾ ਹੈਗਾ ਚਲਾਉਂਦਾ ਹੈਗਾ ਇਹ ਮਲਟੀਪਲ ਪ੍ਰੋਗਰਾਮਸ ਨੂੰ ਚਲਾਉਂਦਾ ਹੈਗਾ ਇਹ ਅਲੱਗ-ਅਲੱਗ ਥ੍ਰੈਡਸ 'ਚ ਸ਼ਿਫਟ ਓਵਰ ਹੁੰਦੇ ਨੇ ਅਲੱਗ-ਅਲੱਗ ਪ੍ਰੋਗਰਾਮ 'ਚ ਸ਼ਿਫਟ ਹੁੰਦਾ ਇਹ ਹਾਈਲੀ ਐਫੀਸ਼ੀਐਂਟ ਹੈ ਕਿਉਂਕਿ ਨੈਚੁਰਲੀ ਇੱਕੋ ਹੀ ਥ੍ਰੈਡ ਇੱਕੋ ਹੀ ਮੈਮਰੀ ਸਪੇਸ 'ਚੋਂ ਹੀ ਅਲੱਗ-ਅਲੱਗ ਪ੍ਰੋਸੈਸਿਸ ਚੱਲੇ ਨੇ ਤਾਂ ਹਾਈਲੀ ਐਫੀਸ਼ੀਐਂਟ ਹੈ ਬਟ ਇਹਦੇ 'ਚ ਹਰ ਪ੍ਰੋਗਰਾਮ ਅੱਡ ਮੈਮਰੀ ਸਪੇਸ 'ਚ ਖੁੱਲ੍ਹਿਆ ਹੈਗਾ ਅਤੇ ਲੈਸ ਐਫੀਸ਼ੀਐਂਟ ਹੈ ਥ੍ਰੈਡ ਇਜ਼ ਸਮੋਲੈਸਟ ਯੂਨਿਟ ਇਨ ਮਲਟੀ ਥ੍ਰੈਡਿੰਗ ਹੈ ਨਾ ਅਤੇ ਇਹਦੇ ਵਿੱਚ ਪ੍ਰੋਗਰਾਮ ਇਹਦੇ 'ਚ ਥ੍ਰੈਡ ਸਮੋਲੈਸਟ ਯੂਨਿਟ ਇਹਦੇ 'ਚ ਪ੍ਰੋਗਰਾਮ ਜਾਂ ਪ੍ਰੋਸੈਸ ਸਮੋਲੈਸਟ ਯੂਨਿਟ ਹੈ it helps in developing efficient programs ਇਹ effective operating system ਹੈ ਨਾ it is a cost effective in case of context switching ਅਤੇ ਇਹ expensive ਹੈ ਕਿਉਂਕਿ ਪ੍ਰੋਗਰਾਮਸ ਦੇ ਵਿੱਚ ਇਹਨੇ ਸ਼ਿਫਟਿੰਗ ਹੁਣ ਕਰਨੀ ਹੈਗੀ ਆ ਹੁਣ ਥ੍ਰੈਡਸ ਜਿਹੜੇ ਕ੍ਰੀਏਟ ਕਰਨੇ ਨੇ ਦੋ ਤਰੀਕੇ ਨਾਲ ਹੋ ਸਕਦਾ ਇੱਕ ਦਾ ਜਾਂ ਤਾਂ ਥ੍ਰੈਡ ਕਲਾਸ ਬਣਾ ਦਿਓ ਕਲਾਸ ਹੀ ਐਕਸਟੈਂਡਸ ਥ੍ਰੈਡ ਕਰ ਦਿਓ ਜਾਂ ਫਿਰ ਆਪਾਂ ਉਹਦਾ ਇੰਟਰਫੇਸ ਇੰਪਲੀਮੈਂਟ ਕਰ ਲਓ ਦੋ ਤਰੀਕੇ ਨਾਲ ਹੋ ਸਕਦਾ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਐਕਸਟੈਂਡਿੰਗ ਦਾ ਥ੍ਰੈਡ
क्लास ਜਾਂ ਥਰੈਡ ਕਲਾਸ ਨੇ ਸਭ ਤੋਂ ਪਹਿਲਾਂ ਕਲਾਸ ਨੂੰ ਡਿਕਲੇਅਰ ਕੀਤਾ ਕਲਾਸ ਮਾਈ ਥਰੈਡ ਐਕਸਟੈਂਡ ਥਰੈਡ ਕਲਾਸ ਨੂੰ ਐਕਸਟੈਂਡ ਕਰ ਲਿਆ ਤਾਂ ਉਹ ਕਲਾਸ ਵੀ ਕੀ ਬਣ ਜੂਗੀ ਥਰੈਡ ਬਣ ਜੂਗੀ। ਉਸ ਤੋਂ ਬਾਅਦ ਉਹਨੂੰ ਮਾਈ ਥਰੈਡ ਇਕੁਅਲ ਟੂ ਨਿਊ ਥਰੈਡ ਉਹਦਾ ਇੰਸਟੈਂਸ ਬਣ ਗਿਆ ਅਤੇ ਉਹਨੂੰ ਸਟਾਰਟ ਕਰਤਾ। ਦੇਖੋ ਇੱਕ ਇਹਦਾ ਪ੍ਰੋਗਰਾਮ ਕਰ ਲੈਂਦੇ ਆਪਾਂ। ਆ ਦੇਖੋ ਇੱਕ ਏ ਕਲਾਸ ਹੈ ਉਹਨੇ ਥਰੈਡ ਨੂੰ ਕੀਤਾ, ਬੀ ਨੇ ਥਰੈਡ ਨੂੰ ਕੀਤਾ, ਸੀ ਨੇ ਥਰੈਡ ਨੂੰ ਕੀਤਾ ਅਤੇ ਇਹਦੇ ਵਿੱਚ ਇਹਨਾਂ ਨੇ ਰਨ ਜਿਹੜਾ ਹੈਗਾ ਉਹ ਮੈਥਡ ਹੈ ਜਿਹਦੇ ਵਿੱਚ ਜਦ ਆਪਾਂ ਸਟਾਰਟ ਕਰਦੇ ਹਾਂ ਤਾਂ ਰਨ ਮੈਥਡ ਐਗਜ਼ੀਕਿਊਟ ਹੁੰਦਾ। ਇਹਦੇ 'ਚ I1 to 5 ਹੋ ਰਿਹਾ, ਇਹਦੇ 'ਚ J1 to 5 ਹੋ ਰਿਹਾ ਅਤੇ ਇਹਦੇ 'ਚ K1 to 5 ਪ੍ਰਿੰਟ ਹੋ ਰਿਹਾ ਹੈਗਾ। ਹੁਣ ਦੇਖੋ ਇਹਦੇ ਵਿੱਚ ਨਿਊ ਏ ਨਾਲ ਕੀ ਹੋ ਗਿਆ, ਇਹਦੇ ਨਾਲ ਏ ਕਲਾਸ ਦਾ ਆਬਜੈਕਟ ਬਣ ਕੇ ਉਹਦਾ ਮੈਥਡ ਕਾਲ ਹੋ ਗਿਆ ਸਟਾਰਟ। ਠੀਕ ਹੈ, ਅਤੇ ਦੋ ਲਾਈਨਾਂ ਦਾ ਇੱਕ 'ਚ ਹੀ ਕਰਤਾ। ਆ ਦੇਖੋ ਇਹ ਨਾ ਏ ਥਰੈਡ ਏ ਇਕੁਅਲ ਟੂ ਨਿਊ ਏ, ਇੱਥੇ ਥਰੈਡ ਏ ਡੋਟ ਸਟਾਰਟ है ना। इन्हें की कहता है थ्रेड ए डॉट स्टार इतने सीधा ही न्यू ए लिखता तो आवली स्टेटमेंट ये दो नू इकट्ठा कंबाइन करके आ स्टेटमेंट बन गई। हुण जब स्टार्ट हो गया तो यदा आउटपुट देखो जिमें ही ए रन होया उहदे विच थ्रेड ए प्रिंट हो रहा तो ए हाले 1 और 2 प्रिंट ही होया सी भी नाल दी नाल CPU किनू मिल गया B नू, उहदा 1 2 प्रिंट होया सी नाल दी नाल किनू मिल गया C नू। देखो ये आउटपुट आई। अच्छा सब तो वड्डी गल ये है भी जिन्नी बार तुसीं रन करोगे उन्हों की आउटपुट डिफरेंट आएगी। ठीक है, चलो क्लीयर। उस तो बाद अगर आप स्टॉप करना है थ्रेड नूं तो थ्रेड डॉट स्टॉप ना स्टॉप मैथड ना स्टॉप हो जाएगा। अगर ब्लॉक करना है ब्लॉक मीनस भी थोड़े देर लिए रोक के उन्होंने दोबारा आप ਉਹਦੇ 'ਚ ਰਨਿੰਗ 'ਚ ਲੈ ਕੇ ਆਉਣਾ ਤਾਂ ਜਦ ਉਹਨੂੰ ਰੋਕਣਾ ਬਲੌਕ ਕਰਨਾ ਤਾਂ ਇੱਕ ਸਲੀਪ ਨਾਲ, ਇੱਕ ਸਸਪੈਂਡ ਨਾਲ ਅਤੇ ਇੱਕ ਵੇਟ ਨਾਲ ਬਲੌਕ ਹੋ ਜਾਂਦਾ। ਇਹ ਦੇਖੋ ਇਹ ਤੁਹਾਡਾ ਹੈਗਾ ਲਾਈਫ ਸਾਈਕਲ ਆਫ ਥਰੈਡ। ਸਭ ਤੋਂ ਪਹਿਲਾਂ ਥਰੈਡ ਆਪਣਾ ਸਟਾਰਟ ਨਾਲ ਕੀ ਹੋ ਗਿਆ ਇੰਸਟੈਂਸ ਬਣਿਆ। ਸਭ ਤੋਂ ਪਹਿਲਾਂ ਨਿਊ ਬੋਰਨ ਇੰਸਟੈਂਸ ਬਣ ਕੇ ਜਦੋਂ ਸਟਾਰਟ ਹੋਇਆ, ਸਟਾਰਟ ਹੋ ਕੇ ਜਾਂ ਤਾਂ ਉਹ ਰਨਿੰਗ ਸਟੇਟ 'ਚ ਹੋਊਗਾ ਜਾਂ ਰਨੇਬਲ 'ਚ ਹੋਊਗਾ। ਠੀਕ ਹੈ, ਅਤੇ ਇਹਦੇ ਵਿੱਚ ਸ਼ਿਫਟ ਹੋਈ ਜਾਊਗਾ। ਉਸ ਤੋਂ ਬਾਅਦ ਉਹਨੂੰ ਆਪਾਂ ਜਦ ਬਲੌਕ 'ਚ ਕਰਤਾ ਤਾਂ ਉਹ ਜਿਵੇਂ ब्लॉक च किमें होगा सस्पेंड स्लीप ते वेट नाल ब्लॉक चला जाऊगा, अनब्लॉक होगा रिज्यूम ते नोटिफाई नाल। डैड नवा बिना स्टार्ट तो भी आप स्टॉप करके उन्होंने डैड कर सकते हैं। रनेबल स्टेट तो बाद भी आप डैड कर सकते हैं तो स्टॉप मैथड नाल ब्लॉक स्टेट च भी स्टॉप मैथड नाल डैड कर सकते हैं। ठीक है, तो न्यू स्टेट दे विच की है न्यू बॉर्न दे विच स्टार्ट मैथड नाल वो स्टार्ट हो जाएगा तो स्टॉप नाल हो स्टॉप हो जाएगा। रनेबल दे विच की होगा जब स्टार्ट हो गया जी वो एग्जीक्यूशन हैगी आ वेट हो रही है प्रोसैस दे विच नवी रनेबल स्टेट च भी उन्होंने प्रोसैसर मिलूगा तो रन होएगा। जो वेट कर रहा है तो रनेबल स्टेट च है, जो CPU नूं मिल गया तो रनिंग स्टेट च है। तो ये जी है प्रायोरिटी के बेस नाल भी चल सकता है, टाइम स्लॉट के हिसाब नाल भी चल सकता है, यानी फर्स्ट कम फर्स्ट सेव के मैंने नाल जिवें सब तो पहला जो प्रोसैस स्टार्ट होया सब तो पहला CPU उन्होंने मिलूगा। देखो ये अनेबल च ABC 3 थ्रैड ने, पहला A नूं मिलिया फिर A यील्ड हो गया यानी वेट च चला गया, फिर उस तो बाद B नूं फिर C नूं। ते रनिंग स्टेट दे विच आ इहदी सिचुएशन है। रनिंग दे विच होके फिर वो सस्पेंड हो गया, फिर वो सस्पेंड तो बाद वो रिज्यूम नाल जब कॉल होया तो रनेबल स्टेट च आ गया, फिर उन्होंने CPU मिलिया, फिर वो हो गया यानी सस्पेंड नाल वो ब्लॉक च चला जाता है, ब्लॉक तो वापस रनेबल च आने लई रिज्यूम। मतलब रनेबल और रनिंग च सिर्फ ये डिफरेंस है भी रनेबल दे विच वो वेट कर रहा कि मैनू CPU मिले और रनिंग च वो CPU नूं मिलिया होया प्रोसैस। तो एक तो इस तरह सस्पेंड नाल हुंदा, जे स्लीप नाल होवे तो अगर आपां ने कहता भी 30 सेकंडां लई स्लीप होवे तो आफ्टर जदों टी मतलब जिहड़े जिन्ने भी आपां टाइम लिमिट दित्ती है उन्ने टाइम जब ओवर हो जाऊगा तो रनेबल च आ जाऊगा, नहीं तो ब्लॉक च रहेगा उन्नी देर। फिर वेट नाल जब आप कॉल करते हैं तो ब्लॉक चला गया, फिर नोटिफाई नाल वो रनेबल च आ जाएगा। ठीक है, तो यदा मतलब ब्लॉक स्टेट जी होंगी है वो 3 तरीक़े नाल होंगी है, यानी नॉट रनेबल है वो होंगी है एक तो सस्पेंड नाल स्लीप नाल ते वेट नाल वो ब्लॉक स्टेट च चला जाता है, तो डैड स्टेट लाइफ साइकिल ही वह बंद हो जाता है। ठीक है, तो ये जी मैथड्स ने वो इस तरह यूज़ किए जाते हैं। देखो ये 3 क्लासा बनिया ने, ये उन्होंने कहता भी जद आई
ਇਕੁਅਲ ਟੂ 1 ਹੋਵੇ ਤਾਂ ਈਲਡ ਕਰ ਦਿਓ, ਹੈ ਨਾ। ਈਲਡ ਅਗਰ ਕੀਤਾ ਹੈਗਾ ਇਹਦੇ ਵਿੱਚ ਬੀ ਦੇ ਵਿੱਚ ਜੇ 3 ਹੈ ਤਾਂ ਸਟਾਪ ਕਰ ਦਿਓ, ਇਹਦੇ 'ਚ k ਇਕੁਅਲ ਟੂ 1 ਹੈ ਤਾਂ ਸਲੀਪ। ਇਹ ਦੇਖੋ ਟਰਾਈ ਵਿੱਚ ਲਿਖਿਆ ਹੋਇਆ ਕਿਉਂਕਿ ਇਹ ਐਰਰ ਥਰੋ ਕਰਦਾ ਹੈਗਾ, ਇਸ ਲਈ ਉਹਨੂੰ ਟਰਾਈ ਕੈਚ ਬਲੌਕ 'ਚ ਲਿਖ ਕੇ, ਤਾਂ ਕਿ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਉਹ ਵਿੱਚ ਨਾ ਰੁਕੇ। ਦੇਖੋ ਹੁਣ ਇਹਦੇ ਵਿੱਚ 3 ਥਰੈਡਸ ਦਾ ਆਬਜੈਕਟ ਬਣਾ ਕੇ ਉਹਨਾਂ ਨੂੰ ਸਟਾਰਟ ਕਰਤਾ। ਜਦ ਥਰੈਡ ਇਹ ਸਟਾਰਟ ਹੋਇਆ ਤਾਂ ਉਹਦਾ ਆਊਟਪੁੱਟ ਜੇ ਕੀ ਹੋਇਆ 1 I1 ਹੋਇਆ ਨਾ, ਨਾਲ ਦੀ ਨਾਲ ਉਹ ਈਲਡ ਕਰਤਾ, ਯਾਨੀ ਹੁਣ ਕਿਹਨੂੰ ਮਿਲੂਗਾ, ਦੂਜੇ ਨੂੰ। ਦੂਜਾ ਕੀ ਹੈ B। ਜਦ B ਸਟਾਰਟ ਹੋਇਆ ਦੇਖੋ A ਦਾ ਨਹੀਂ ਪ੍ਰਿੰਟ ਹੋਇਆ, B ਦਾ 1 ਔਰ 2 ਹੋਇਆ। 1 ਔਰ 2 ਕਿਉਂ ਹੋਇਆ, ਕਿਉਂਕਿ 3 ਦੇ ਵਿੱਚ ਉਹਨੂੰ ਸਟਾਪ ਕਰਤਾ, ਯਾਨੀ ਇਸ ਤੋਂ ਬਾਅਦ ਹੁਣ ਜਦੋਂ ਸਟਾਪ ਹੋ ਗਿਆ ਤਾਂ B ਦਾ ਨਹੀਂ ਆਊਗਾ। ਦੇਖੋ ਇਸ ਤੋਂ ਬਾਅਦ ਅੱਛਾ ਉਹ B ਦਾ 3 ਜੇ ਤਾਂ ਪ੍ਰਿੰਟ ਹੋ ਰਿਹਾ 3, ਕਿਉਂਕਿ ਪ੍ਰਿੰਟ ਸਟਾਪ ਹੋਣ ਤੋਂ ਪਹਿਲਾਂ ਪ੍ਰਿੰਟ ਹੋਇਆ, ਫਿਰ ਉਹਨੂੰ 3 ਮਿਲਿਆ, ਤਾਂ ਹੁਣ 3 ਤੋਂ ਬਾਅਦ ਦੇਖੋ ਕੋਈ ਵੀ ਹੋਰ ਪ੍ਰਿੰਟ ਨਹੀਂ ਹੋ ਰਿਹਾ, ਠੀਕ ਹੈ। ਫਿਰ ਉਸ ਤੋਂ ਬਾਅਦ A ਪ੍ਰਿੰਟ ਹੋਇਆ, A ਤੋਂ ਬਾਅਦ ਜਦ C ਦੀ ਵਾਰੀ ਆਈ ਤਾਂ C ਦੇ ਵਿੱਚ ਉਹ ਜਿਵੇਂ 1 ਹੋਇਆ, ਇੱਕ ਵਾਰ ਤਾਂ 1 ਪ੍ਰਿੰਟ ਹੋ ਗਿਆ, ਉਸ ਤੋਂ ਬਾਅਦ ਉਹ ਚਲਾ ਗਿਆ ਸਲੀਪ ਦੇ ਵਿੱਚ, ਤੇ ਸਲੀਪ ਦੇ ਵਿੱਚ ਜਾ ਕੇ ਉਹ 1000 ਨੈਨੋ ਸੈਕਿੰਡ ਮਿਲੀ ਸੈਕਿੰਡਸ ਲਈ 1000 ਮਿਲੀ ਸੈਕਿੰਡਸ ਲਈ ਉਹ ਸਲੀਪ ਹੋ ਗਿਆ। ਔਰ ਉਸ ਤੋਂ ਬਾਅਦ ਜਦ ਉਹਦੀ ਵਾਰੀ ਆਈ ਤਾਂ ਉਹ ਸਾਰੇ ਆਈ ਜਿਹੜੇ ਨੇ ਉਹ ਰਨ ਹੋ ਚੁੱਕੇ ਸੀਗੇ 5 ਤੱਕ। ਫਿਰ ਉਸ ਤੋਂ ਬਾਅਦ ਉਹ ਕੇ ਨੂੰ ਰਨ ਕਰਤਾ। ਅੱਜ ਆਪਾਂ ਇੱਥੇ ਤੱਕ ਹੀ ਕਰਾਂਗੇ ਬੱਚੋ। ਹੋਪ ਯੂ ਹੈਵ ਅੰਡਰਸਟੂਡ ਦਿਸ ਟੋਪਿਕ।